Now, our next topic is what do you mean by technical analysis and how it is different from fundamental analysis. Basically, there are two main approaches for analyze the security is fundamental and technical analysis. ਫੰਡਾਮੈਂਟਲ ਐਨਾਲਿਸਿਸ ਦਾ ਮਤਲਬ ਕੀ ਹੈ, ਇਹਦੇ ਵਿੱਚ ਤੁਸੀਂ ਸਟਾਕ ਪ੍ਰਾਈਸ ਨੂੰ ਜਿਹੜਾ ਹੈਗਾ ਡਿਟਰਮਾਈਨ ਕਰਦੇ ਹੋ, ਫੋਰਕਾਸਟ ਕਰਦੇ ਹੋ ਔਨ ਦਾ ਬੇਸਿਸ ਆਫ ਇਕਨੋਮਿਕ ਇੰਡਸਟਰੀ ਐਂਡ ਕੰਪਨੀ ਐਨਾਲਿਸਿਸ। ਸਭ ਤੋਂ ਪਹਿਲਾਂ ਇਕੋਨਮੀ ਦੇਖੋਗੇ ਕੰਟਰੀ ਦੀ ਕਿਵੇਂ ਚੱਲ ਰਹੀ ਹੈ, ਦੈਨ ਸੈਕਿੰਡ ਪੁਆਇੰਟ ਆ ਜਾਂਦਾ ਹੈ ਕਿਸ ਇੰਡਸਟਰੀ 'ਚ ਪੈਸਾ ਲਗਾਉਣ ਜਾ ਰਹੇ ਹੋ, ਉਹਦਾ ਸਕੇਲ ਕੀ ਚੱਲ ਰਿਹਾ, ਦੈਨ ਉਸ ਇੰਡਸਟਰੀ ਦੇ ਵਿੱਚ ਕਿਹੜੀ ਕੰਪਨੀ 'ਚ ਪੈਸਾ ਲਗਾਉਣ ਜਾ ਰਹੇ ਹੋ ਉਹਨੂੰ ਆਪਾਂ ਐਨਾਲਾਈਜ਼ ਕਰਦੇ ਹਾਂ। ਟੈਕਨੀਕਲ ਐਨਾਲਿਸਿਸ ਦੇ ਵਿੱਚ ਅਸੀਂ ਪਾਸਟ ਇਨਫੋਰਮੇਸ਼ਨ ਨੂੰ ਦੇਖਦੇ ਹਾਂ ਕਿ ਲਾਸਟ ਟਾਈਮ ਪਿਛਲੇ 5 ਸਾਲਾਂ ਤੋਂ ਟ੍ਰੈਂਡ ਕੀ ਚੱਲਦਾ ਆ ਰਿਹਾ ਸੀ, ਪ੍ਰਾਈਸ ਵੋਲੀਅਮ ਓਪਨ ਇੰਟਰਸਟ ਕਿੰਨਾ ਚੱਲ ਰਿਹਾ ਸੀ। ਚਾਰਟਸ ਨੂੰ ਐਨਾਲਾਈਜ਼ ਕਰਦੇ ਹੋਏ ਅਸੀਂ ਫੋਰਕਾਸਟ ਕਰਦੇ ਹਾਂ ਕਿ ਫਿਊਚਰ ਪ੍ਰਾਈਸ ਕਿਸ ਤਰੀਕੇ ਦਾ ਹੋਏਗਾ। ਟੈਕਨੀਕਲ ਐਂਡ ਫੰਡਾਮੈਂਟਲ ਐਨਾਲਿਸਿਸ ਪ੍ਰੋਵਾਈਡ ਐਗਜ਼ੈਕਟਲੀ ਆਪੋਜ਼ਿਟ ਅਪਰੋਚਿਸ ਟੂ ਵੈਲਿਊਏਸ਼ਨ। ਕਹਿੰਦੇ ਦੋਨਾਂ 'ਚ ਬਹੁਤ ਡਿਫਰੈਂਸ ਹੈ, ਬਟ ਜਿਹੜੀਆਂ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਯੂਜ਼ ਕੀਤੀਆਂ ਜਾਂਦੀਆਂ ਇਨ ਆਰਡਰ ਟੂ ਅਰਾਈਵ ਐਟ ਅ ਬੈਟਰ ਰਿਜ਼ਲਟਸ। Now we are going to start with the difference between technical and fundamental analysis, and this topic is really important from your exam point of view. First one, there is nature. Fundamental analysis ਦੀ nature ਹੈ ਮੈਕਰੋ ਫਾਰਮ ਦੇ ਵਿੱਚ ਹੈ, ਬਿਕੋਜ਼ ਇਹਦੇ ਵਿੱਚ ਤੁਸੀਂ ਹਾਈ ਸਕੇਲ ਤੇ ਸਾਰਾ ਐਨਾਲਾਈਜ਼ ਕਰਦੇ ਹੋ। ਜਿਸ ਕੰਟਰੀ 'ਚ ਤੁਸੀਂ ਪੈਸਾ ਲਗਾਉਣ ਜਾ ਰਹੇ ਹੋ ਉੱਥੋਂ ਦੀ ਇਕੋਨਮੀ ਕਿਵੇਂ ਦੀ ਹੈ, ਇੰਡਸਟਰੀ ਜਿਸ ਦੇ ਵਿੱਚ ਪੈਸਾ ਲਗਾ ਰਹੇ ਹੋ ਤਾਂ ਉਹਦੇ 'ਚ ਕੰਪਨੀ 'ਚ ਕਿਵੇਂ ਲਗਾ ਰਹੇ ਹੋ, ਜਿਹਦੇ 'ਚ ਪੈਸਾ ਲਗਾ ਰਹੇ ਹੋ ਉਹਨੂੰ ਐਨਾਲਾਈਜ਼ ਕਰਦੇ ਹੋ। ਟੈਕਨੀਕਲ ਐਨਾਲਿਸਿਸ ਮਾਈਕਰੋ ਨੇਚਰ ਦੇ ਵਿੱਚ ਹੈ, ਇਹਦੇ ਜਸਟ ਆਪਾਂ ਚਾਰਟਸ ਦੇਖਦੇ ਹਾਂ, ਪ੍ਰਾਈਸ ਮੂਵਮੈਂਟਸ ਦੇਖਦੇ ਹਾਂ ਇੱਕ ਪਰਟੀਕੂਲਰ ਸ਼ੇਅਰਸ ਦੀ, ਉਹਦੇ ਬੇਸ 'ਤੇ ਡਿਟਰਮਾਈਨ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਸ਼ੇਅਰ ਪ੍ਰਾਈਸ ਕੀ ਜਾਏਗਾ। ਫੰਡਾਮੈਂਟਲ ਐਨਾਲਿਸਿਸ ਸਟੱਡੀਜ਼ ਦਾ ਇਕਨੋਮਿਕ ਐਂਡ ਫਾਈਨੈਂਸ਼ੀਅਲ ਇੰਡੀਕੇਟਰਸ। ਜਿਸ ਕੰਟਰੀ 'ਚ ਪੈਸਾ ਲਗਾਉਣ ਜਾ ਰਹੇ ਹੋ ਉਹਦਾ GDP, GNP, ਉਹਦਾ ਇਨਫਲੇਸ਼ਨ ਰੇਟ, ਉਹਦਾ ਐਕਸਚੇਂਜ ਰੇਟ ਕੀ ਚੱਲ ਰਿਹਾ ਉਹਨੂੰ ਆਪਾਂ ਦੇਖਦੇ ਹਾਂ। ਅਤੇ ਫਾਈਨੈਂਸ਼ੀਅਲ ਇੰਡੀਕੇਟਰਸ ਲਾਈਕ ਉਹਦੀ ਕੈਸ਼ ਫਲੋ ਸਟੇਟਮੈਂਟ ਕੀ ਹੈ, ਬੈਲੈਂਸ ਸ਼ੀਟ ਕੀ ਹੈ, ਰੇਸ਼ੀਓਜ਼ ਨੂੰ ਐਨਾਲਾਈਸਿਸ ਕਰਦੇ ਹਾਂ, ਸਾਰਾ ਇਸ ਚੀਜ਼ ਨੂੰ ਡਿਟਰਮਾਈਨ ਕਰਦੇ ਹਾਂ। ਟੈਕਨੀਕਲ ਐਨਾਲਿਸਿਸ ਦੇ ਵਿੱਚ ਆਪਾਂ ਜਸਟ ਹਿਸਟੋਰੀਕਲ ਪ੍ਰਾਈਸ ਔਨ ਦਾ ਮੂਵਮੈਂਟ ਔਨ ਦੀ ਪੈਟਰਨ ਦੇਖਦੇ ਹਾਂ, ਉਹਦੇ ਬੇਸ 'ਤੇ ਵੀ ਵਿਲ ਡਿਟਰਮਾਈਨ ਕਿ ਐਜ਼ ਵੀ ਨੋ ਦੈਟ ਅਕੋਰਡਿੰਗ ਟੂ ਟੈਕਨੀਕਲ ਐਨਾਲਿਸਟ ਉਹਨਾਂ ਦਾ ਮੰਨਣਾ ਇਹ ਹੈ ਹਿਸਟਰੀ ਰਿਪੀਟ ਇਟਸੈਲਫ, ਕਿ ਜੋ ਪਾਸਟ ਟ੍ਰੈਂਡ ਚੱਲਦਾ ਆ ਰਿਹਾ ਹੈ ਉਵੇਂ ਹੀ ਟ੍ਰੈਂਡ ਚੱਲੇਗਾ ਨੈਕਸਟ 5 ਈਅਰਸ। ਉਹਦੇ ਬੇਸ 'ਤੇ ਆਪਾਂ ਡਿਟਰਮਾਈਨ ਕਰਦੇ ਹਾਂ ਕਿ ਪ੍ਰਾਈਸ ਕਿਵੇਂ ਚੱਲੇਗਾ। ਸੋ ਇਨ ਦਿਸ ਵੀ ਸਟੱਡੀ ਦਾ historical price trend, and in this we study the economic and financial indicators. Then there is investor centered. Fundamental analysis ਦੀ ਜਿਹੜੀ ਅਪਰੋਚ ਹੈ ਉਹ ਇਨਵੈਸਟਰ ਸੈਂਟਰਡ ਨਹੀਂ ਹੁੰਦੀ, ਬਿਕੋਜ਼ ਇਹਦੇ ਵਿੱਚ ਆਪਾਂ ਸਾਰੇ ਫੈਕਟਰਸ ਨੂੰ ਐਨਾਲਾਈਜ਼ ਕਰਦੇ ਹਾਂ, ਆਪਾਂ ਜਸਟ ਇਨਵੈਸਟਰ ਦਾ ਸਾਈਕੋਲੋਜੀ ਫੈਕਟਰ ਨਹੀਂ ਦੇਖਦੇ। ਟੈਕਨੀਕਲ ਦੇ ਵਿੱਚ ਆਪਣੀ ਜਿਹੜੀ ਡਿਮਾਂਡ ਹੈ ਆਪਾਂ ਜਸਟ ਇਨਵੈਸਟਰ ਦੀ ਸਾਈਕੋਲੋਜੀ ਫੈਕਟਰਸ ਨੂੰ ਦੇਖਦੇ ਹਾਂ। ਆਪਾਂ ਨੂੰ ਲੱਗਦਾ ਹੈ ਕਿ ਆਪਣੀ ਸਾਈਕੋਲੋਜੀ ਹੀ ਹੈ ਜਿਹਦੇ ਬੇਸ 'ਤੇ ਆਪਾਂ ਡਿਟਰਮਾਈਨ ਕਰਦੇ ਹਾਂ ਕਿ ਡਿਮਾਂਡ ਸਪਲਾਈ ਕਿਵੇਂ ਚੱਲ ਰਹੀ ਹੈ, ਉਹਦੇ ਬੇਸ 'ਤੇ ਵੀ ਵਿਲ ਡਿਸਾਈਡ ਕਿ what we expect from the return. Then there is time horizon, ਜਿਹੜਾ ਫੰਡਾਮੈਂਟਲ ਐਨਾਲਿਸਿਸ ਹੈ ਉਹ ਲੌਂਗ ਟਰਮ ਇਨਵੈਸਟਮੈਂਟ ਦੇ ਲਈ ਕੀਤਾ ਜਾਂਦਾ ਹੈ, ਟੈਕਨੀਕਲ ਐਨਾਲਿਸਿਸ ਸ਼ੋਰਟ ਟਰਮ ਦੇ ਲਈ ਕੀਤਾ ਜਾਂਦਾ ਹੈ। ਇਸ ਕਰਕੇ ਜਿਹੜੇ ਫੰਡਾਮੈਂਟਲਿਸਟ ਹੈ ਉਹ ਦੇ ਟਰਾਈਜ਼ ਟੂ ਐਸਟੈਬਲਿਸ਼ ਲੌਂਗ ਟਰਮ ਵੈਲਿਊਜ਼, ਇਹਦੇ ਵਿੱਚ ਕੀ ਹੁੰਦਾ ਸ਼ੋਰਟ ਟਰਮ ਵੈਲਿਊਜ਼। ਦੈਨ ਆਫਟਰ ਦੈਟ ਦੇਅਰ ਇਜ਼ ਐਜ਼ੰਪਸ਼ਨ। ਫੰਡਾਮੈਂਟਲ ਐਨਾਲਿਸਿਸ ਦੇ ਵਿੱਚ ਇਹ ਐਜ਼ਿਊਮ ਕੀਤਾ ਜਾਂਦਾ ਹੈ ਕਿ ਜਿਹੜਾ ਅੱਜ ਦਾ ਕਰੰਟ ਪ੍ਰਾਈਸ ਹੈ ਉਹ ਇਨਕਰੀਜ਼ ਹੋਏਗਾ ਅਗਰ ਇੰਟ੍ਰੈਂਸਿਕ ਵੈਲਿਊ ਤੁਹਾਡੀ ਹਾਇਰ ਹੈ ਔਰ ਵਾਈਸ ਵਰਸਾ। ਇੰਟ੍ਰੈਂਸਿਕ ਵੈਲਿਊ ਉਹ ਵਾਲੀ ਵੈਲਿਊ ਹੁੰਦੀ ਹੈ ਜਿਹੜੀ ਕੰਪਨੀ ਵੈਲਿਊ ਸ਼ੋ ਕਰਦੀ ਹੈ ਆਪਣੇ ਸਟਾਕ ਪ੍ਰਾਈਸ ਦੀ। ਅਗਰ ਅੱਜ ਦਾ ਮਾਰਕੀਟ 'ਚ ਪ੍ਰਾਈਸ ਹਾਇਰ ਹੈ ਐਜ਼ ਕੰਪੇਅਰ ਟੂ ਇੰਟ੍ਰੈਂਸਿਕ ਵੈਲਿਊ, ਦੈਨ ਇਹਦਾ ਮਤਲਬ ਕੀ ਹੈ ਕਿ ਜਿਹੜਾ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਰਿਟਰਨ ਜ਼ਿਆਦਾ ਮਿਲੇਗਾ। In the basic assumption of technical analysis is that ਜਿਹੜਾ ਟ੍ਰੈਂਡ ਹੈ ਉਹ ਆਪਣੇ ਆਪ ਨੂੰ ਰਿਪੀਟ ਕਰਦਾ, therefore ਜਿਹੜੀ ਕਰੰਟ ਮੂਵਮੈਂਟ ਹੈ ਕੈਨ ਬੀ ਯੂਜ਼ਡ ਫॉर the future projection। ਅੱਜ ਜੋ ਮੂਵਮੈਂਟ ਪ੍ਰਾਈਸਿਸ ਦੀ ਚੱਲ ਰਹੀ ਹੈ ਫਿਊਚਰ 'ਚ ਉਹਦਾ ਰੇਟ ਕੀ ਹੋਏਗਾ ਉਹਨੂੰ ਅਸੀਂ ਡਿਸਾਈਡ ਕਰਦੇ ਹਾਂ। Then there are participants are there. This analysis is used primarily by the long term investors। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਸ਼ੋਰਟ ਟਰਮ ਟ੍ਰੇਡਰਸ ਦੇ ਦੁਆਰਾ ਯੂਜ਼ ਕੀਤਾ ਜਾਂਦਾ ਹੈ। ਨਿਊਜ਼ ਇੰਪੈਕਟ। ਫੰਡਾਮੈਂਟਲ ਐਨਾਲਿਸਿਸ ਦੇ ਉੱਤੇ ਨਿਊਜ਼ ਦਾ ਕੋਈ ਵੀ ਇੰਪੈਕਟ ਨਹੀਂ ਹੁੰਦਾ, ਬਿਕੋਜ਼ ਇਹਦੇ ਵਿੱਚ ਆਪਾਂ ਸਾਰੇ ਫੈਕਟਰਸ ਨੂੰ ਐਨਾਲਾਈਜ਼ ਕਰਨਾ ਹੈ। ਇਹਦੇ ਵਿੱਚ ਜੋ ਨਿਊਜ਼ ਦੇ ਵਿੱਚ ਦਿਖਾਇਆ ਜਾਂਦਾ ਹੈ, ਜੋ ਅਪਗ੍ਰੇਡ ਪ੍ਰਾਈਸ ਮੂਵਮੈਂਟਸ ਜਾਂ ਡਾਊਨਵਰਡਸ ਮੂਵਮੈਂਟਸ ਦਿਖਾਈਆਂ ਜਾਂਦੀਆਂ ਉਹਦੇ ਬੇਸ 'ਤੇ ਆਪਾਂ ਐਨਾਲਾਈਜ਼ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਰੇਟਸ ਕੀ ਹੋਣਗੇ। ਦੈਨ ਦੇਅਰ ਇਜ਼ ਬਾਏ ਐਂਡ ਸੈਲ। ਜਿਹੜੀ ਸਿਕਿਉਰਿਟੀ ਹੈ ਉਹ ਆਪਾਂ ਖਰੀਦਣੀ ਹੈ ਵੈਨ ਦਾ ਪ੍ਰਾਈਸ ਫਾਲਸ ਬਿਲੋਜ਼ ਦਾ ਇੰਟ੍ਰੈਂਸਿਕ ਵੈਲਿਊ। ਦਿਸ ਇਜ਼ ਦਾ ਕੇਸ ਆਫ ਵੈਲਿਊ ਇਨਵੈਸਟਿੰਗ। ਯੂ ਕੈਨ ਸੇ ਦੈਟ ਕਿ ਅਗਰ ਜਿਹੜੀ ਸਿਕਿਉਰਿਟੀ ਹੈ ਜਦੋਂ ਵੀ ਤੁਸੀਂ ਉਦੋਂ ਖਰੀਦੋਗੇ ਅਗਰ ਤੁਹਾਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਪ੍ਰਾਈਸ ਹੈਗੇ 2 ਰੁਪੀਜ਼, ਇੰਟ੍ਰੈਂਸਿਕ ਵੈਲਿਊ ਹੈਗੀ ਉਹਦੀ 3, ਉਹਨੂੰ ਖਰੀਦ ਲਓ। ਵਟ ਡਜ਼ ਇਟ ਮੀਨ ਕਿ ਅਗਰ ਕੰਪਨੀ ਦੇ ਵਿੱਚ ਉਹਦਾ ਰੇਟ 3 ਹੈ
कुछ टाइम पीरियड के लिए रेट 2 ਤੇ आया मार्केट के स्केल ਤੇ मतलब ये 3 तक तो जाएगा ही जाएगा, उस तो प्लस भी जा सकता है। सो ਇਹਦੇ 'ਚ ਆਪਾਂ ਕੀ ਕਰਾਂਗੇ, बाय करांगे एंड वाइस वर्सा। Technical analysis gives a buy signal only when price formation that have ਜਿਹਦੇ 'ਚ हाई probability हैगी मूविंग into profit zone। ਜਿਹੜੇ शेयर्स ਦੀ ਜਿਹੜੀ probability है वो ज़्यादा शो हो रही है कि इधर प्रॉफिट्स ज़्यादा होंगे, then definitely ਆਪਾਂ ਉਦੋਂ buy signal ਦੀ option adopt ਕਰਾਂਗੇ, otherwise नहीं। Then there is frequency transaction। Fundamentalist believes in buy and hold strategy। As I said, this fundamental analysis is for long term investment। ਇਹਦੇ ਵਿੱਚ ਆਪਾਂ ਜਦੋਂ ਪੈਸਾ ਲਗਾਉਣਾ ਹੈ ਆਪਾਂ buy and hold strategy ਨੂੰ ਯੂਜ਼ ਕਰਦੇ ਹੋਏ ਪੈਸਾ ਲਗਾਉਣਾ ਹੈ। That's why ਜਿਹੜੇ ਇਨਵੈਸਟਰਸ ਹੈ ਉਹ ਪੈਸਿਵ ਇਨ ਨੇਚਰ ਦੇ ਹੁੰਦੇ ਹੈ। ਜਿਹੜੇ ਟੈਕਨੀਕਲ ਐਨਾਲਿਸਟ ਹੈ ਉਹਦੇ ਵਿੱਚ ਬਾਈ ਐਂਡ ਸੈਲ ਸਿਕਿਉਰਿਟੀਜ਼ ਫ੍ਰੀਕੁਐਂਟਲੀ ਫॉर ਅ ਸ਼ੋਰਟ ਟਰਮ ਇਨਵੈਸਟਮੈਂਟ। ਦੈਟਸ ਵਾਈ ਜਿਹੜੇ ਇਨਵੈਸਟਰਸ ਹੈ ਉਹ ਐਕਟਿਵ ਹੁੰਦੇ ਹੈ ਇਸ ਕੇਸ ਦੇ ਵਿੱਚ। ਐਂਡ ਲਾਸਟ ਇਜ਼ ਐਂਟਰੀ ਐਂਡ ਐਗਜ਼ਿਟ ਲੋਟ। एंट्री एंड एग्जिट ਦੇ ਵਿੱਚ ਕੀ ਹੈ, द फंडामेंटल एनालिसिस इज नॉट एबल टू फाइंड आउट द एंट्री एंड एग्जिट लेवल ऑफ पर्टिकुलर सिक्योरिटी। किसी पर्टिकुलर सिक्योरिटी ਦੇ ਵਿੱਚ ਕਦੋਂ ਪੈਸਾ ਲਗਾਉਣਾ ਹੈ, ਕਦੋਂ ਬਾਹਰ ਪੈਸਾ ਨਿਕਾਲਣਾ ਹੈ, ਇਹ ਆਪਾਂ ਨੂੰ ਫੰਡਾਮੈਂਟਲ ਐਨਾਲਿਸਿਸ ਨਹੀਂ ਪਤਾ ਲੱਗਦਾ। ਇਹਦੇ 'ਚ ਬਸ ਆਪਾਂ ਇੰਟ੍ਰਿੰਸਿਕ ਵੈਲਿਊ ਦੇਖ ਸਕਦੇ ਹਾਂ ਜਿਹੜੇ ਸਾਨੂੰ ਦੱਸਣਗੇ ਕਿ ਕਦੋਂ ਪਰਚੇਜ਼ ਕਰੋ, ਜਾਂ ਪਰਚੇਜ਼ ਕਰੋ ਜਾਂ ਸ਼ੇਅਰ ਜਾਂ ਨਾ ਕਰੋ। It is possible to find out the entry and exit level in a particular security with the help of chart patterns। chart patterns ਦੇ ਬੇਸ ਤੇ ਸਾਨੂੰ ਪਤਾ ਲੱਗ ਜਾਏਗਾ ਕਦੋਂ ਮਾਰਕੀਟ ਸ਼ੇਅਰ ਪੈਸਾ ਇਨਵੈਸਟ ਕਰਨਾ ਹੈ, ਕਦੋਂ ਪੈਸਾ ਨਿਕਾਲ ਲੈਣਾ ਹੈ in the technical analysis। so basically you can say that ਜਿਹੜਾ entry ਤੇ exit ਹੈ फंडामेंटल एनालिसिस ਦੇ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਪੈਸਾ ਲਗਾਉਣਾ ਹੈ ਜਾਂ ਕਦੋਂ ਬਾਹਰ ਨਿਕਾਲਣਾ ਹੈ, ਮਤਲਬ ਯੂ ਕੈਨ ਸੇ ਦੈਟ ਬਾਈ ਐਂਡ ਸੈਲ, ਠੀਕ ਹੈ ਨਾ। ਸੋ ਇਹਦੇ ਵਿੱਚ ਕੀ ਕਰਾਂਗੇ, ਬਿਕੋਜ਼ ਆਪਾਂ ਜਸਟ ਇੰਟ੍ਰਿੰਸਿਕ ਵੈਲਿਊ ਦੇ ਬੇਸ ਤੇ ਡਿਸਾਈਡ ਕਰਦੇ ਹਾਂ ਕਿ ਹੁਣ ਪੈਸਾ ਲਗਾ ਦਿਓ। ਅਗਰ ਇੰਟ੍ਰਿੰਸਿਕ ਵੈਲਿਊ ਘੱਟ ਹੈ ਐਜ਼ ਕੰਪੇਅਰ ਟੂ ਦ ਕਰੰਟ ਮਾਰਕੀਟ ਪ੍ਰਾਈਸ, ਪੈਸਾ ਲਗਾ ਦਿਓ। ਬਟ ਇਸ ਕੇਸ ਦੇ ਵਿੱਚ ਆਪਾਂ ਐਂਟਰੀ ਤੇ ਐਗਜ਼ਿਟ ਲੈਵਲ ਸਾਨੂੰ ਪਤਾ ਲੱਗ ਜਾਂਦੇ ਹੈ ਕਿ ਕਦੋਂ ਪਰਟੀਕੂਲਰ ਸਿਕਿਉਰਿਟੀ 'ਚ ਪੈਸਾ ਲਗਾਉਣਾ ਹੈ, ਕਦੋਂ ਨਹੀਂ ਲਗਾਉਣਾ, ਵਿਦ ਦੀ ਹੈਲਪ ਆਫ ਚਾਰਟ ਪੈਟਰਨਸ। So this is the difference between fundamental and technical analysis।